अस्सलाम वालेकुम नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ ਬਾਹਰ ਉਸੇ ਤਰ੍ਹਾਂ 2-3 दिन ਤੋਂ ਇਹ 24-25 ਡਿਗਰੀ ਸੈਂਟੀਗ੍ਰੇਡ ਦਰਜਾ ਹਰਾਰਤ ਹੈ। ਅੱਛਾ ਮੌਸਮ ਹੈ। ਕੱਲ ਵੀ ਮੈਂ ਕੋਈ ਸ਼ਾਮ ਦੋਸਤ ਆ ਗਿਆ ਸੀ ਵਾਕ ਕੀਤੀ ਕੱਲ ਮੈਨੂੰ ਸੇਬ ਸਾਹਿਬ ਨੇ ਕਿਹਾ ਕਿ ਅੱਜ ਕੋਈ ਤੁਸੀਂ ਡਾਊਨ ਲੱਗ ਰਹੇ ਸੀ, ਸਪਿਰਿਟਸ ਨਹੀਂ ਸੀ, ਫਾਰਮਸ ਨਹੀਂ ਸੀ। ਤੇ ਚਲੋ ਜੀ ਮੈਂ ਅੱਜ ਦਾ ਮੇਰੀ ਉਹ ਫੈਨ ਹੈ ਐਮਸਟਰਡੈਮ ਤੋਂ ਆਸੀਆ, ਉਹਨੇ ਕਿਹਾ ਨਹੀਂ ਚੀਅਰ ਅਪ ਟਿਕਾ ਦਿਓ। ਤੇ ਇੱਕ ਮੇਰਾ ਫੈਨ ਬਾਹਰ ਨੇ ਉਹਨਾਂ ਨੇ ਕਿਹਾ ਜਨਾਬ ਕੈਨੇਡਾ ਹੁੰਦੇ ਨੇ, ਉਹਨਾਂ ਨੇ ਕਿਹਾ ਜੀ ਕਿ ਤੁਸੀਂ ਜਿਸ ਤਰ੍ਹਾਂ ਉਹ ਲਾਉਂਦਾ ਆ ਉਹ ਟੱਟਾ ਜਿਹਾ ਹਰਾਮਜ਼ਾਦਾ ਉਹ ਸਹੀ ਹੈਦਰ ਮਹਿਦੀ ਫਰੀ ਇਮਰਾਨ ਖਾਨ, ਤੁਸੀਂ ਕੁਛ ਪਿੱਛੇ ਲਾਇਆ ਕਰੋ ਫੌਜ ਨੂੰ ਦਹਿਸ਼ਤਗਰਦ। ਮੈਂ ਕਿਹਾ ਮੈਂ ਤੇ ਯਾਰ ਉਹ ਵੀਡੀਓ ਵੀ ਬਣਾਈ ਹੈ, ਮੇਰਾ NMC TV ਇੰਗਲਿਸ਼ ਚੈਨਲ ਜਿਹੜਾ ਆ ਉਹਦੇ ਤੇ ਥੋੜ੍ਹੇ ਜਿਹੇ ਸਬਸਕ੍ਰਾਈਬਰਸ ਹੈ, ਯੂ ਕੈਨ ਗੋ ਦੇਅਰ ਐਂਡ ਸੀ। ਮੈਂ ਇਹਦੇ ਤੇ ਮੂਵੀ ਬਣਾਈ ਹੈ ਜਨਾਬ, ਉਹ ਨੈਟਫਲਿਕਸ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਐਕਸੈਪਟ ਨਹੀਂ ਕੀਤੀ ਪਾਕਿਸਤਾਨ ਰੋਗ ਆਰਮੀ ਤੇ, ਠੀਕ ਹੈ ਜੀ। ਔਰ ਮੈਂ ਨਹੀਂ ਸਮਝਦਾ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਲੰਦਨ ਤੋਂ ਇੱਕ ਬੜੇ ਖੂਬਸੂਰਤ ਮਦਾ ਨੇ ਬਣਾਈ, ਬੜਾ ਜ਼ਬਰਦਸਤ। ਅੱਜ ਕੱਲ੍ਹ ਉਹ ਵੀ 1 ਮੀਲ ਅ ਡੇ ਤੇ ਹੈ, 2 ਮਹੀਨੇ 'ਚ ਉਹਨੇ 6 kg ਵਜ਼ਨ ਘੱਟ ਕਰ ਲਿਆ। ਔਰ ਮੈਨੂੰ ਦੱਸ ਰਿਹਾ ਸੀ ਬੜਾ ਖੁਸ਼ ਸੀ। ਬਹੁਤ ਸਾਰੇ ਲੋਕ ਇਸ ਫਲਸਫੇ ਤੇ ਚੱਲ ਰਹੇ ਆ। ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਵੀ, ਅਸਲ ਮੁਜਰਮ ਤੁਹਾਡੇ ਇਹ ਨੇ, ਇਹ ਪਾਕਿਸਤਾਨ ਫੌਜ ਦਹਿਸ਼ਤਗਰਦ ਤਨਜ਼ੀਮ ਹੈ। ਔਰ ਮੈਂ ਅੱਧੇ ਵਕਤ ਲਈ ਜਦੋਂ ਮੈਂ ਵੀਲੋਗ ਅੰਦਰੋਂ ਜਾਂ ਕਿਤੇ ਪਲੇਸ ਹੋਇਆ ਕਰੂੰਗੀ ਇਹਦੇ ਨਾਲ ਕਰਿਆ ਕਰਾਂਗਾ, ਅੱਧੇ ਮੈਂ ਇਹਦੇ ਪਿੱਛੇ ਮੇਰਾ ਨੰਬਰ ਹੈ, ਤਾਂ ਕਿ ਮੈਂ ਉਸ ਫੌਜ 7 ਲੱਖ ਮਦਰ ਚੋਦ ਸੂਅਰ ਨੂੰ ਮੈਂ ਤੁਹਾਡੇ ਨਾਲ ਲੜਾਂਗਾ। ਇਹ ਮੇਰਾ ਨੰਬਰ ਹੈ। ਦੱਲੇ ਕੁੱਤੇ ਦੇ ਬੱਚੇ ਹਰਾਮਜ਼ਾਦੇ, ਉਹ 1 ਫੁੱਟ ਦੇ ਪਲਾਟ ਵਾਲੀ ਇਰਮ ਦੇ ਖਾਵੰਦ, ਠੀਕ ਹੈ ਨਾ, ਤੈਨੂੰ ਅਸੀਂ ਲੜਾਂਗੇ। ਭੈਣ ਚੋਦੋ ਤੁਸੀਂ ਜੋ ਪਾਕਿਸਤਾਨ ਦਾ ਕੁੱਤੋ ਹਰਾਮਜ਼ਾਦੋ ਹਸ਼ਰ ਕਰ ਦਿੱਤਾ ਹੈ, ਮੇਰੇ ਨਾਲ ਰਾਬਤਾ ਕਰਨਾ ਤੁਸੀਂ, ਇਹ ਤੁਹਾਨੂੰ ਨੰਬਰ ਲਈ, ਤੁਹਾਡੇ ਲਈ ਨੰਬਰ ਦਿੱਤਾ ਹੋਇਆ, ਠੀਕ ਹੈ, ਤੁਹਾਡਾ ਟੂਆ ਮਾਰਨ ਲਈ। ਔਰ ਇਹ ਤੁਸੀਂ ਦਹਿਸ਼ਤਗਰਦ ਤਨਜ਼ੀਮ ਹੋ ਹਰਾਮਜ਼ਾਦੋ, ਤੁਸੀਂ ਪਾਕਿਸਤਾਨ ਨੂੰ ਡੱਲੋ। ਮੈਨੂੰ ਅਫਸੋਸ ਹੁੰਦਾ ਹੈ ਇਮਰਾਨ ਰਿਆਜ਼ ਨੇ, ਉਹ ਜੀ ਮੈਂ ਸਲਾਬ ਫਿਰ ਕੁੱਦ ਪਿਆ, NGO ਪੈਸੇ ਖਰਚੇ, ਯੋਈ ਅਖੁਵਤ ਅਮਜਦ ਸਾਕਿਬ, ਇਹਦੇ ਨਾਲ ਨਹੀਂ ਲੜਨਾ। ਕੋਈ ਤਹਿਰੀਕ ਮੇਰੀ ਤਰ੍ਹਾਂ ਲੱਖ ਬੰਦਿਆਂ ਦੀ ਫੋਰਸ ਬਣਾਉਣ ਦਾ ਨਹੀਂ ਕਰਨਾ ਕਿ 1 ਲੱਖ ਬੰਦਿਆਂ ਦੀ ਫੋਰਸ ਜੋੜੋ। ਰੂਹਾਨੀਅਤ ਤੇ ਮਾਦਾ ਪ੍ਰਸਤੀ ਤੋਂ ਛੁੱਟੀ ਤੇ ਜਿਹੜੇ ਲੋਕ ਮੇਰੇ ਨਾਲ ਜੁੜ ਰਹੇ ਨੇ ਬਹੁਤ ਖੁਸ਼ ਨੇ। ਬਲਕਿ ਅੱਜ ਮੈਨੂੰ ਐਡਮੰਡ ਬਰਕ ਯਾਦ ਆ ਰਿਹਾ ਸੀ, ਬੜਾ ਜ਼ਬਰਦਸਤ ਪੋਲੀਟੀਸ਼ੀਅਨ ਸੀ, ਮੈਂਬਰ ਪਾਰਲੀਮੈਂਟ ਵੀ ਰਿਹਾ ਆ ਬ੍ਰਿਟਨ ਦਾ, ਆਇਰਿਸ਼, ਐਂਗਲੋ ਆਇਰਿਸ਼ ਪੋਲੀਟੀਸ਼ੀਅਨ, ਫਿਲੋਸਫਰ, ਬਲਕਿ ਫ੍ਰੈਂਚ ਰੈਵੋਲੂਸ਼ਨ ਦੇ ਪਿੱਛੇ ਐਡਮੰਡ ਬਰਕ ਸੀ। ਕਿਆ ਜ਼ਬਰਦਸਤ, ਕੋਈ 68-70 ਸਾਲ ਮੇਰਾ ਖਿਆਲ ਹੈ ਜ਼ਿੰਦਾ ਰਿਹਾ ਸੀ ਇਹ ਸ਼ਖਸ। ਇਹਦੀਆਂ ਰਾਈਟਿੰਗਸ, ਇਹਦੀ ਫਿਲੋਸਫੀ, ਆਈ ਐਮ ਅ ਗ੍ਰੇਟ ਫੈਨ। ਕੰਜ਼ਰਵੇਟਿਵਸ ਹੈਵ ਬੀਨ ਏਬਲ ਟੂ ਡੂ ਸਮਥਿੰਗ। ਪੋਲੀਟਿਕਸ ਤੋਂ ਵੀ ਮੇਰਾ ਖਿਆਲ ਹੈ 15-20 ਸਾਲ ਸ਼ਾਇਦ ਬ੍ਰਿਟਿਸ਼ ਪਾਰਲੀਮੈਂਟ 'ਚ ਕੀ ਅੱਛੇ ਵਕਤ ਹੁੰਦੇ ਸੀ ਜਦੋਂ ਜੌਨ ਸਟੂਅਰਟ ਮਿਲ ਵਗੈਰਾ ਇਹਦਾ ਕੰਟੈਂਪਰਰੀ, ਇਹ ਤੋਂ ਪਹਿਲਾਂ ਸੀ ਇਹ ਕੰਟੈਂਪਰਰੀ, ਇਹਨੂੰ ਗਾਈਡ ਕਰਦੇ ਹੁੰਦੇ ਸੀ ਕਿ ਹਾਓ ਔਨ ਲਿਬਰਟੀ, ਤੇ ਉਹਨੇ ਵੀ ਲਿਖਿਆ। ਇਹਦੇ ਕੋਟ ਤੋਂ ਮੈਂ ਸ਼ੁਰੂ ਕਰਾਂਗਾ, ਬਹੁਤ ਜ਼ਬਰਦਸਤ ਕੋਟ ਹੈ। ਮੈਂ ਆਈ ਹੈਵ ਬੀਨ ਅ ਗ੍ਰੇਟ ਫੈਨ ਆਫ ਹਿਮ ਸਿੰਸ ਕਾਲਜ ਡੇਜ਼। ਤੇ ਲਿਟਰੇਚਰ 'ਚ ਵੀ ਮੈਂ ਇਹਦੀ ਫਿਲੋਸਫੀ 'ਚ, ਬਲਕਿ ਮੈਂ ਇਹਦੀ ਫਿਲੋਸਫੀ ਪੜ੍ਹਦਾ ਸੀ। The only thing necessary for the triumph of evil, ਉਹਨੇ ਕਿਹਾ ਬੁਰਾਈ ਦੇ ਜਿੱਤਣ ਲਈ ਸਿਰਫ ਇੱਕ ਚੀਜ਼ ਦੀ ਜ਼ਰੂਰਤ ਹੈ, ਸਿਰਫ ਇੱਕ ਚੀਜ਼ ਦੀ, ਠੀਕ ਹੈ ਜੀ। ਉਹ ਹੈ ਕਿ ਅੱਛੇ ਆਦਮੀ ਕੁਛ ਨਾ ਕਰਨ। is for good men to do nothing। ਮੈਂ ਇਸ ਗੱਲੋਂ ਐਪਰੀਸ਼ੀਏਟ ਕਰਦਾ ਹਾਂ ਸਾਡੇ ਉਹ ਡਾਕਟਰ ਸਾਹਿਬ ਨਸਰ ਸਾਹਿਬ, ਬਾਕੀ ਕੁਛ ਲੋਕ, ਇਮਰਾਨ ਰਿਆਜ਼ ਵਗੈਰਾ ਨੂੰ ਮੈਂ ਬਿਲਕੁਲ ਇਹਦੇ ਸਪੋਰਟ ਨਹੀਂ ਕਰਦਾ। ਦੇ ਆਰ ਡੂਇੰਗ ਨਥਿੰਗ ਇਨ ਫੈਕਟ। ਆਦਿਲ ਰਾਜਾ ਜਾਂ ਵੀਲੋਗਰਸ ਕੁਛ ਨਹੀਂ, ਦੇ ਹੈਵ ਡਨ ਐਬਸੋਲੂਟਲੀ ਨਥਿੰਗ, ਨਾ ਟ੍ਰੇਨ ਕਰ ਸਕੇ ਆਵਾਮ ਨੂੰ। ਯੈਸ, ਜਿਨ੍ਹਾਂ ਦੇ ਆਪਣੇ ਸਟੇਚਰ ਬਹੁਤ ਜ਼ਬਰਦਸਤ ਸੀ, ਡਾਕਟਰ ਨਸਰ ਦਾ ਆਪਣਾ ਸਟੇਚਰ ਉਸ ਆਪਣੀ ਤਨਜ਼ੀਮ ਤੋਂ, ਐਂਡ he had so much to lose। ਖੈਰ ਉਹ ਤੇ ਬਹੁਤ ਵੱਡਾ ਡਾਕਟਰ ਪ੍ਰੈਕਟੀਸ਼ਨਰ ਹੈ, ਔਰ ਅਸੀਂ ਤੇ ਗਵਾਹ ਵੀ ਬੈਠੇ ਹੈ, ਠੀਕ ਹੈ ਜੀ। ਇਹ ਚੀਜ਼ ਜਿਹੜੀ
ਜਿਹਦੇ ਤੇ ਮੈਨੂੰ ਫਰਹਾਦ ਦਾ ਉਹਦਾ ਸੌਰੀ ਉਹਦਾ ਅਹਿਮਦ ਫਰਾਜ਼ ਦਾ ਸ਼ੇਰ ਯਾਦ ਆਉਂਦਾ ਹੈ, शिकवा ज़ुल्मत और शब से तो कहीं बेहतर था अपने हिस्से की शमा जलाए जाते। और ਉਹਦਾ ਹੀ ਇੱਕ ਹੋਰ ਸ਼ੇਰ ਹੈ, सभी चुप थे सभी लबे बस्ता थे बस एक फराज था जालिम जिससे चुप रहा ना किया, है नी। सभी लबे बस्ता थे सभी चुप थे एक फराज था जालिम जिससे चुप रहा ना गया। द ओनली थिंग नेसेसरी, सिर्फ एक वजह आ, ठीक है ना जी, ਜਿਹਦੇ ਤੋਂ ਬੁਰਾਈ ਜਿੱਤ ਸਕਦੀ ਹੈ, ਔਰ ਉਹ ਵਜ੍ਹਾ ਆ ਅਗਰ ਅੱਛੇ ਆਦਮੀ ਚੁੱਪ ਰਹਿਣ, ਅੱਛੇ ਆਦਮੀ, ਬੁਰੇ ਨਹੀਂ, ਜਿਹੜੇ ਵਾਕਈ ਮਰੇ ਹੋਏ ਆ, ਰਿਜ਼ਵਾਨ ਸੇਬ ਸੂਬ ਇਹ ਸਾਰੇ ਇਹਨਾਂ ਦਾ ਬੁੱਲ, ਤਦ ਹੀ ਇਹਨਾਂ ਨੂੰ ਮੈਂ ਕਹਿੰਦਾ ਕਿ ਤੁਸੀਂ ਬੇਕਾਰ ਆਦਮੀ ਹੋ, ਤੁਸੀਂ ਬੰਬ ਬਣ ਕੇ ਨਾ ਉੱਥੇ ਪਾਟ ਜਾਓ GHQ ਜਾ ਕੇ, ਠੀਕ ਹੈ ਨਾ ਜੀ। ਦ ਗ੍ਰੇਟਰ ਦ ਪਾਵਰ, ਜਿੰਨੀ ਇਹਨਾਂ ਦੀ ਈਵਲ ਦੀ ਫੋਰਸ ਦੀ ਤਾਕਤ ਹੁੰਦੀ ਹੈ, ਦ ਮੋਰ ਡੇਂਜਰਸ ਦੀ ਅਬਿਊਜ਼, ਉਨਾ ਜ਼ਿਆਦਾ ਇਹ ਤੁਹਾਨੂੰ ਤਬਾਹੋ ਬਰਬਾਦ ਕਰਨਗੇ। ਇਸ ਵਕਤ ਪਾਕਿਸਤਾਨੀ ਫੌਜ ਸਭ ਤੋਂ ਜ਼ਿਆਦਾ ਤਾਕਤ 'ਚ ਹੈ, ਸਭ ਤੋਂ ਜ਼ਿਆਦਾ 77 ਸਾਲ 'ਚ ਤਾਕਤ 'ਚ ਹੈ, ਔਰ ਇੰਨਾ ਬੇਤਹਾਸ਼ਾ ਅਬਿਊਜ਼ ਓਪਨਲੀ ਮੁਨੀਰਾ ਮਿਸਤਰੀ ਸੂਅਰ ਨਾਨੀ ਦੀ ਲੈਂਦਾ ਆ, ਓਪਨਲੀ ਪੈਸੇ ਖਾਏ ਜਾਂਦੇ ਆ, ਤਮਾਸ਼ੇ, ਹਰਾਮਜ਼ਦਗੀ ਲੋਕਾਂ ਦੇ ਨਾ ਹੋ, ਔਰ ਤੁਹਾਡਾ ਡੈਡਲਾਈਨ ਹੈ, ਡੈਡਲਾਈਨ ਹੈ, ਉਹ ਡੈਡਲਾਈਨ ਅੰਦਰ ਅੱਜ ਜੀ ਬੈਰਿਸਟਰ ਗੌਹਰ ਨੂੰ ਮਿਲਣ ਦਿੱਤਾ, ਸਿਸਟਰਸ ਨੂੰ ਮਿਲਣ ਨਹੀਂ ਦਿੱਤਾ, ਉਹ ਇਹ ਵੀ ਸ਼ਾਇਦ ਬਾਹਰ ਬੈਠੀਆਂ, ਤੇ ਉਹਨੇ ਕਿਹਾ ਜੀ ਉਹ ਬਿਲਕੁਲ ਠੀਕ ਹੈ, ਉਹ ਮੈਂ ਵੀ ਉਹ ਮਾਰਦਾ ਸੀ, ਉਹ ਜਿਹੜਾ ਆ ਮਤੀਉੱਲਾ ਜਾਨ ਕੇ ਜੀ ਉਹਦੇ ਕੰਨ ਤੋਂ ਗੈਸ ਨਿਕਲ ਰਹੀ ਹੈ, ਤੇ ਉਹ ਆਈਸੋਲੇਸ਼ਨ ਦੀ ਇੱਕ ਬੜੀ ਮੂਜ਼ੀ ਜੀ ਮਰਜ਼ ਹੈ, ਜਿਹਦੇ 'ਚ ਇਮਰਾਨ ਖਾਨ, ਜਿਹੜੀ ਮੂਜ਼ੀ ਮਰਜ਼ ਦਾ ਉਹਨੇ ਤਸਕਰਾ ਕੀਤਾ ਸੀ ਆਫਤਾਬ ਇਕਬਾਲ ਨੇ, ਔਰ ਉਹਨੂੰ ਰੰਗ ਕੁਛ ਬੰਦਿਆਂ ਨੇ ਦੇਣ ਦੀ ਇਹ ਵੀ ਕੋਸ਼ਿਸ਼ ਕੀਤੀ ਸੀ, ਆਪਣਾ ਕੀ ਨਾਂ ਲਈਦਾ ਆ, ਏਡਸ ਦੀ, ਕਿ ਏਡਸ ਉੱਥੇ ਬੜੀ ਫੈਲੀ ਹੋਈ ਹੈ, ਇਹਨਾਂ ਨੇ ਉਹ ਵੀ ਫੀਲਰ ਲਿਆ ਕਿ ਏਡਸ 'ਚ ਇਮਰਾਨ ਖਾਨ ਉਤੋਂ ਦਈਏ, ਔਰ ਉਹ ਹੀ ਗੱਲਾਂ ਜੀ ਕਿ ਉਹ ਬਿਲਕੁਲ ਠੀਕ ਨੇ, ਔਰ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਅਸਤੀਫੇ ਦਿੱਤੇ ਬੜੀ ਖੁਸ਼ ਹੈ, ਸਭ ਨੇ ਕਿਉਂ ਨਹੀਂ ਅਸਤੀਫੇ ਦਿੱਤੇ, ਕੋਈ ਇਮਰਾਨ ਖਾਨ ਨੂੰ ਕੋਈ ਪਤਾ ਹੀ ਨਹੀਂ ਕਿ ਲੋਕ ਕਿੰਨਾ ਸਪੋਰਟ ਕਰਦੇ ਆ, ਕੀ ਕਰਦੇ ਆ, ਠੀਕ ਹੈ। ਇਹ ਸਾਰੇ ਇਹਨਾਂ ਦੇ ਹਾਲਾਤ ਨੇ, ਬੰਦਾ ਕੀ ਕਰੇ ਇਹਨਾਂ ਦਾ, ਮੈਂ ਤੇ ਬੜਾ ਦੁੱਖ ਮਹਿਸੂਸ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ, ਠੀਕ ਹੈ ਜੀ। For good men to do nothing, the greater the power, the more dangerous the abuse, and the people never give up their liberties, but under some delusion. Oh, delusion. ਜਿਹਦੇ ਉਹ ਤਸਕਰਾ ਕਰਦਾ ਹੈ ਬਾਰ-ਬਾਰ, delusions ਹੈ, ਉਹ delusion ਦੇ ਅੰਦਰ ਆ ਗਏ ਹੋ ਤੁਸੀਂ, ਠੀਕ ਹੈ ਨਾ ਜੀ। ਹੁਣ ਬੰਦਾ ਤੁਹਾਡਾ ਕੀ ਕਰੇ, ਹੈ ਜੀ। ਮੈਨੂੰ ਬੜਾ ਦੁੱਖ ਹੁੰਦਾ ਆ ਕਿ ਜਦੋਂ ਤੁਹਾਡੀ ਇਹ ਹਾਲਤ ਮੈਂ ਦੇਖਦਾ ਹਾਂ ਕਿ ਬਿਲਕੁਲ ਹੀ ਮਤਲਬ ਤੁਹਾਨੂੰ ਇਸ ਹਰਾਮਜ਼ਾਦੀ ਫੌਜ ਨੇ ਤੁੰਨਿਆ ਹੋਇਆ, ਹੈ ਜੀ। ਕੀ ਬੰਦਾ ਕਰੇ, ਹੈ ਜੀ। ਇੱਕ ਮਿੰਟ, ਮੈਂ ਉਹ ਇੱਕ ਹੋਰ ਚੀਜ਼ ਵੀ ਦੇਖ ਰਿਹਾ ਸੀ ਕਿ ਤੁਹਾਨੂੰ ਇਹਦਾ ਉਰਦੂ ਦਾ ਮਤਲਬ ਵੀ ਡਿਲੂਜਨ ਦਾ ਦੱਸ ਦਈਏ, ਫਰੇਬ, ਠੀਕ ਹੈ ਨਾ ਜੀ। ਉਹ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ ਸੀ, ਮੈਂ ਕਿਹਾ ਇਹ ਫਰੇਬ 'ਚ ਆ ਕੇ ਤੁਸੀਂ ਸਿਰਫ ਉਹ ਤਾਕਤ ਨੂੰ ਐਕਸੈਪਟ ਕਰਦੇ ਹੋ, ਫਰੇਬ 'ਚ ਆਏ ਹੋ, ਮਾਤਾ ਪ੍ਰਸਤੀ ਦਾ ਫਰੇਬ ਹੈ, ਹੋਰ ਕੋਈ ਫਰੇਬ ਨਹੀਂ। ਲਓ ਜੀ, ਸੈਲਾਬ ਤੇ ਤੁਹਾਡੇ ਤੇ ਚੜਿਆ ਹੋਇਆ, ਤੁਹਾਡੀ ਕਿਸਮਤ 'ਚ ਹੈ, ਮਰਨਾ ਤੁਸੀਂ ਸਭ ਨੇ, ਠੀਕ ਹੈ ਜੀ। ਕੁਛ ਚੀਜ਼ਾਂ ਤੇ ਮੈਂ ਕੌਮੈਂਟ ਕਰ ਰਿਹਾ, इमेजेस आए जड़े पाकिस्तानियों तुम सिर्फ फजूलियात में मसरूफ़ हो, असल काम करो और इस फौजिस्तान से जान छुड़ाओ, ठीक है जी। ये काबिज गासिब डाकू हैं, ये भूरे अंग्रेज़ हैं, ये तुम्हारा खून निचोड़ लेते हैं और इनका काम सिर्फ तुम्हें अमेरिका और इसराइल की मर्जी के मुताबिक चलाना है। इस गलाजत भरी जिंदगी से मौत अच्छी है। इस फौज से मुल्क आज़ाद कराने के लिए निकलो, अगली नस्लों को आज़ाद पाकिस्तान अता करो। गुलामी की जिंदगी से मौत बेहतर है। हमारे टुकड़ों पे पलने वाले हरामखोर चौकीदार हम पर हुक्मरानी कर रहे हैं। बहुत जबरदस्त मैसेज किसी ने भेजे, बहुत जबरदस्त मैसेज। लो जी, ਤੁਹਾਡਾ ਹੈ ਰੂਮੀ ਸਾਹਿਬ ਨੇ, ਕੋਈ ਮੌਲਾਨਾ ਰੂਮੀ ਦੇ ਐਵਰੀ ਹਿਊਮਨ ਬੀਇੰਗ ਇਜ਼ ਅ ਮੈਸੇਜ, ਇੱਕ ਪੈਗਾਮ ਹੈ ਖੁਦਾ ਦਾ। ਸਮ ਆਫ them come to you in a single word, ਇੱਕ ਲਫ਼ਜ਼ ਚਾਹੁੰਦੇ ਨੇ ਚੇਂਜ ਕਰਨ ਲਈ ਤੁਹਾਡੀ ਜ਼ਿੰਦਗੀ।
Some of them come to you in a deep pain that clean you of ego. ਤੁਹਾਡੀ ਅਨਾ ਨੂੰ ਖਤਮ ਕਰਦੇ ਨੇ. Some of them come to you with love, ਪਿਆਰ ਦੇ ਨਾਲ ਆਉਂਦੇ ਨੇ, ਜਿਹੜਾ ਇਗਨਾਈਟ ਕਰਦਾ ਆ ਤੁਹਾਡੇ ਸੋਲ ਨੂੰ, ਜਿੰਦਾ ਮੈਂ ਤੁਹਾਡੀ ਰੋਸ਼ਨੀ ਨੂੰ ਬ੍ਰਾਈਟ ਕਰਨ ਦੀ ਕੋਸ਼ਿਸ਼ ਕਰਦਾ ਆ ਕਿ ਇਸ ਤਰ੍ਹਾਂ ਹੁੰਦੀ। ਔਰ ਬਿਟਰੇਅਲ that awakens your heart. Don't curse people, they are mirrors. ਲੋਕਾਂ ਦੇ ਨਾਲ ਪਿਆਰ ਮੁਹੱਬਤ ਕਰੋ, ਉਹ ਸ਼ੀਸ਼ਾ ਨੇ ਤੁਹਾਡਾ, they are mirror. ਕੱਲ ਮੈਂ ਉਹ ਕੋਈ ਲੋਕ ਮੇਰੇ ਨਾਲ WhatsApp ਤੇ, ਮੈਂ ਖੈਰ WhatsApp ਗਰੁੱਪ ਤੇ ਨਹੀਂ ਬਣਾ ਰਿਹਾ ਬਿਕੋਜ਼ ਆਈ ਕੈਨੋਟ ਮੈਨੇਜ। ਮੈਂ ਤੇ 100 ਬੰਦਿਆਂ ਦਾ WhatsApp ਗਰੁੱਪ ਵੀ ਮੈਨੇਜ, ਮੈਂ ਤੇ ਸਿਰਫ ਫੋਲੋ ਲਿੰਕ ਆਪਣਾ ਕਰਵਾ ਰਹੀ ਹਾਂ ਤਾਂ ਕਿ ਮੇਰੇ ਅਗਰ ਵੀਲੋਗ ਇੱਥੇ ਬੰਦ ਕਰਦੇ ਨੇ YouTube ਤੇ ਫੌਜੀ ਜਾਂ YouTube, ਤੇ ਉਹ ਤੁਹਾਨੂੰ ਪਤਾ ਲੱਗਾ ਰਹੇ ਕਿ ਮੈਂ ਕਿੱਥੇ ਹੁੰਦਾ ਆ। ਓਨਲੀ ਉਹ ਬੰਦੇ ਜਿਹੜੇ ਮੈਨੂੰ ਸੁਣਨਾ ਪਸੰਦ ਕਰਦੇ ਆ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਐਡਿਕਟਡ ਟੂ ਮਾਈ ਵੀਲੋਗਸ। ਓਕੇ, ਇਹ ਵੀ ਇੱਕ ਐਡਿਕਸ਼ਨ ਹੁੰਦੀ ਹੈ, ਮੈਂ ਚਾਹੁੰਦਾ ਤੇ ਨਹੀਂ ਕਿਸੇ ਕਿਸਮ ਦੀ, ਬਲ ਅਗਰ ਫॉर द ਗੁੱਡ ਹੋਏ ਤੇ ਦੈਨ ਇਟਸ ਵੈਰੀ ਗੁੱਡ ਜੀ। ਡੋਂਟ ਕਰਸ ਪੀਪਲ, ਦੇ ਆਰ ਮਿਰਰਸ, ਠੀਕ ਹੈ, ਹੂ ਯੂ ਆਰ ਐਂਡ ਪੈਸੇਜ that lead to your God, ਠੀਕ ਹੈ ਜੀ। ਕੈਸਾ ਜ਼ਬਰਦਸਤ ਕਿਹਾ ਆ ਰੂਮੀ ਸਾਹਿਬ ਨੇ, ਇੱਕ ਕੋਟ ਉਹਨਾਂ ਦਾ ਮੌਲਾਨਾ ਰੂਮੀ ਦਾ ਮੈਨੂੰ ਭੇਜਿਆ। ਫਿਰ ਇੱਕ ਹੋਰ ਸੀ, ਲਵ ਇਜ਼ ਦ ਰਿਲੀਜਨ, ਮੁਹੱਬਤ ਜਿਹੜੀ ਹੈ, ਪਿਆਰ ਹੈ, ਮਜ਼ਹਬ ਹੈ, ਐਂਡ ਯੂਨੀਵਰਸ ਇਜ਼ ਦ ਬੁੱਕ, ਇੱਕ ਕਿਤਾਬ ਹੈ, ਪੂਰੀ ਯੂਨੀਵਰਸ ਇੱਕ ਕਿਤਾਬ ਹੈ, ਉਸ ਮੁਹੱਬਤ ਦੀ ਦਾਸਤਾਨ ਹੈ। The major faculty of human mind and thought process is hidden inside the dynamic part of an unconscious mind where human consciousness doesn't have any access except few mystic saints. So all of wisdom and madness are inside of our unconscious mind just to find it. Oh, ਇਹਦੇ ਬਾਰੇ ਬੜੀ ਬਹਿਸ ਹੁੰਦੀ ਹੈ ਕਿ ਦਿਮਾਗ ਦਾ ਕਿਹੜਾ ਹਿੱਸਾ ਹੈ ਜਿੱਥੇ ਸਪਿਰਚੁਅਲ ਇੰਕਲਿੰਗਸ ਨੇ, ਸਪਿਰਚੁਅਲ ਮਾਈਂਡ ਹੈ। ਕੋਈ ਕਹਿੰਦੇ ਦਿਲ 'ਚ ਵੀ ਕੋਈ ਦਿਮਾਗ ਹੈ, ਜਾਂ ਉਹਨੂੰ ਵੀ ਇਮੋਸ਼ਨਲ ਫੀਲਿੰਗ ਦੇ ਨਾਲ ਕੋਈ ਸੋਚ ਹੈ ਔਰ cognitive ability hai. Do you pay regular visits to yourself? Start now. Maulana Rumi da ek quote thought. To find peace and beauty in nature and among others. Peace or khubsurti, theek hai ji, among others, is an amazed reflective medicine and kind therapy which could relieve you from anger, stress, anxiety, hatred, jealousy. Be happy and find peace in nature and among others, as peace and beauty is your inner state of affairs. कल शाम मैंने कॉफ़ी ते एक बंदे ने बुला लिया, क्या ज़बरदस्त है, बड़ी हाई एग्जेक्टिव पोजीशन फार्मा इंडस्ट्री च काम करता है, लिविंग सच अ सिंपल लाइफ। और कहता कि वो बड़ा पहला फ्लूट वजांदा सी, प्रोफैशनल उस्ताद रखे है सी, हुण वो कोई ढोलकी, बल्कि न्यू जर्सी च कोई ढोलकी का उस्ताद होए, मैनू दसे। ਉਹ ਕਹਿੰਦਾ ਉਹ ਤਾਂ ਮੈਂ ਹੁਣ ਢੋਲਕੀ ਸਿੱਖਣ ਡਿਆ, ਐਂਡ he is tuning himself to the nature, and very very good, only his fault of serving a pharma industry, which I am dead against. Otherwise what a perfect person। ਆਪਣੇ ਟ੍ਰੇਨਰ ਦੀ ਕੋਈ ਗੱਲ ਦੱਸਦਾ ਸੀ, ਕੈਨੇਡਾ ਉਹਦਾ ਟ੍ਰੇਨਰ ਇੱਕ ਸੀ, ਕਾਲਾ, ਬਹੁਤ ਜ਼ਬਰਦਸਤ, ਉਹ 50 ਸਾਲ ਦਾ ਲੱਗਦਾ ਸੀ, 75 ਸਾਲ ਉਹਦੀ ਉਮਰ ਹੈ, ਔਰ ਉਹ ਹਰ ਸਾਲ ਟ੍ਰਿਪ ਕਰਦਾ ਆ, ਔਰ ਉਹ ਵੇਟ ਚੁੱਕ ਕੇ ਕੋਈ ਮੀਲ 2 ਮੀਲ ਚੱਲਦਾ। ਬੜੀ ਉਹਦੀ ਰੂਟੀਨ ਦੱਸੀ ਸੀ, ਫੈਮਿਲੀ ਨੂੰ ਟਾਈਮ ਦੇਣ ਦੀ, ਐਕਸਟੈਂਡਡ ਫੈਮਿਲੀ ਸਿਸਟਮ 'ਚ ਕਹਿੰਦਾ ਅਸੀਂ 2 ਵਾਰੀ ਸਾਲ 'ਚ ਜ਼ਰੂਰ ਐਕਸਟੈਂਡਡ ਫੈਮਿਲੀ ਸਿਸਟਮ, ਹਫਤੇ 2 ਹਫਤੇ ਲਈ ਇਕੱਠੇ ਹੁੰਦੇ ਆ, ਠੀਕ ਹੈ ਜੀ। ਇਹਦੇ ਨਾਲ ਤੁਸੀਂ ਰੀਜੂਵਨੇਟ ਹੁੰਦੇ ਹੋ। People of Pakistan are confused. 10 lobbies to Pakistani bade confused hai. एक कि Pakistan is existing Islam दी वजह नाल, एक कि फौज दी वजह नाल, हरामजादे फौजी कुत्ते, ये हमेशा उन मेरे नाल होया करेगा, दल्ले बहन चोद कुत्ते मरासी। Third, Pakistan is a federation and existing because of its constitution. ये फ्रेब है, ये delusion है, illusion, delusions, ठीक है। In kleptocracies like Pakistan, risk is nationalized and rewards are privatized. Participation in the spoils of kleptocracy is organized and controlled by top military, haramzade fauji, corrupt political, corporate, religious, media elites who raid state resources with immunity and with impunity. ਸਾਰੇ ਕੈਰੈਕਟਰ ਦੱਸ ਦਿੱਤੇ ਕਿ ਕਿਸ ਤਰ੍ਹਾਂ ਉਹ ਟ੍ਰਿਕਲ ਡਾਊਨ ਨਹੀਂ ਹੋਣ ਦਿੰਦੇ ਕੰਟਰੋਲ ਦੀ ਵਜ੍ਹਾ ਨਾਲ। ਦੇਖਣ ਨਾ ਮੇਰੇ ਤੇ ਕੰਟਰੋਲ, ਭੈਣ ਚੋਦੋ ਕੋਈ ਦੱਲਾ ਫੌਜੀ, ਆਈ ਚੈਲੰਜ
ਇਹ ਮੇਰੇ ਨੰਬਰ ਤੇ ਮੇਰੇ ਨਾਲ ਰਾਬਤਾ ਕਰੀ, ਮੇਰੇ ਨਾਲ ਮਨਾਜ਼ਰਾ ਕਰ ਭੈਣ ਚੋਦੋ ਕਿ ਕਿਉਂ ਮੈਂ ਤੁਹਾਨੂੰ ਗਾਲੀਆਂ ਨਾ ਦਿਆਂ। ਠੀਕ ਹੈ ਜੀ। ਅੱਛਾ फिर जी सर यू आर clean hearted person, Allah always bless you, Ameen ji. Thanks sir, I love your vlog because your vlogs are the gift from God blessing. Thank you. According to Vienna timing Austria रहंदे ने, your vlogs upload late evening 9 between 10 afterwards, going to bed since 25 years. I love to walk on mountains. ਮੈਂ ਪਹਾੜਾਂ ਤੇ ਜਾਂਦਾ ਆ ਐਂਡ ਨਾਓ ਮੈਂ 75 ਸਾਲ ਦੀ ਉਮਰ ਦਾ ਆ। ਸ਼ੁਕਰ ਅਲਹਮਦੁਲਿਲਾ ਮੈਂ ਅੱਛੀ ਹੈਲਥ ਹੈ। ਮੈਂ ਵਾਟ ਆਈ ਲਰਨ ਫਰੋਮ ਯੂ, ਮੈਂ ਜੋ ਤੁਹਾਤੋਂ ਸਿੱਖਿਆ ਆ ਕਿ ਮੈਂ ਆਪਣੇ ਫੌਜ ਨਾਲ ਤਾਲੁਕਾਤ ਬਿਲਕੁਲ ਖਤਮ ਕਰ ਦਿੱਤੇ ਨੇ। ਸਿੰਗਲ ਮੀਲ ਖਾਂਦਾ ਆ, ਜ਼ਿਆਦਾ ਸਪਿਰਚੁਅਲ ਪਰਸਨ ਹੋ ਗਿਆ ਔਰ ਖੁਦਾ ਨੂੰ ਆਪਣੇ ਦਿਲ 'ਚ ਫੀਲ ਕਰਦਾ। ਜਿਹੜਾ ਮੈਂ ਕਿਹਾ ਖੁਦਾ ਤੁਹਾਡੇ ਅੰਦਰ ਹੈ, ਬਾਹਰ ਨਹੀਂ ਹੈ। ਥੈਂਕਸ ਅੱਲਾ ਆਲਵੇਜ਼ ਬਲੈਸ ਯੂ ਐਂਡ ਯੋਰ ਫੈਮਿਲੀ, ਆਮੀਨ। ਇਹ ਹੈ ਜੀ ਇੰਪੈਕਟ, ਹੈ ਜੀ ਅਸਰ ਹੈ ਮੇਰੇ ਵੀਲੋਗ ਦਾ। ਅਲਹਮਦੁਲਿਲਾ ਇੱਕ ਰੋਸ਼ਨੀ ਹੈ ਜਿਹੜੀ ਫੈਲ ਰਹੀ ਹੈ। ਔਰ ਮੇਰੇ ਮੈਂ ਤਾਂ ਇੱਕ ਹੀ ਦੁਆ ਮੰਗੀ ਸੀ ਮੇਰੇ ਹੱਥੋਂ ਮਖਲੂਕ ਦੀ ਖਿਦਮਤ ਅੱਲਾ ਕਰਵਾ, ਅੱਲਾ ਤਾਲਾ ਨੇ ਇਹਨਾਂ ਦੇ ਥਰੂ ਕਰਵਾਣੀ ਸੀ। ਔਰ ਇਸੇ ਲਈ ਮੈਂ ਕਹਿੰਦਾ ਕੋਈ ਬੰਦ ਹੁੰਦਾ ਵੀ ਅੱਲਾ ਤਾਲਾ ਕੋਈ ਹੋਰ ਚੈਨਲ, ਮੈਂ ਪਹਿਲੇ ਬਲੌਗਸ ਕਰਦਾ ਸੀ, ਮੇਰੀ ਵੈਬਸਾਈਟ ਬੰਦ ਕੀਤੀ, बड़े ਇਹਨਾਂ ਨੇ गंद ਕੀਤੇ। मोहतरम चौहान साहब, आप पाकिस्तानी कौम के बाप होने का किरदार अदा रहो। यार मैनू ना, मैं इन्हां दियां मावां नहीं चौधियां, प्लीज़ बड़ी मेहरबानी। मैं प्यो तद हुंदा अगर मैं इन्हां दियां मावां चौधियां हुंदियां। इन्हां दा प्यो मनीरा मिस्त्री सूअर है जेड़ा इन्हां दियां मावां चोद रिहा। मैनू बख्श दिओ जी। अच्छा जी, ਅੱਗੇ ਜੀ ਨੰਬਰ ਆਫ ਇੰਡੀਅਨਸ ਲਿਵਿੰਗ ਦੇਖੋ ਜੀ, ਹਿੰਦੁਸਤਾਨ ਕਿੰਨੀ ਤਰੱਕੀ ਕਰ ਗਿਆ। ਅਮਰੀਕਾ 44 ਲੱਖ ਨੇ, ਦੁਬਈ 34 ਲੱਖ, ਮਲੇਸ਼ੀਆ 'ਚ 29 ਲੱਖ, ਅਰਬ 'ਚ 25 ਲੱਖ, ਬਰਮਾ 'ਚ 25 ਲੱਖ, ਯੂਕੇ 'ਚ 17 ਲੱਖ, ਕੈਨੇਡਾ 'ਚ 16 ਲੱਖ, ਸ੍ਰੀਲੰਕਾ 'ਚ 16 ਲੱਖ, ਸਾਊਥ ਅਫਰੀਕਾ 'ਚ 15 ਲੱਖ। ਇਹ ਕੋਈ 2 ਕਰੋੜ ਹਿੰਦੂ ਸਾਲਾ ਬਾਹਰ ਬੈਠਾ ਕਮਾਈ ਕਰ ਰਿਹਾ। ਠੀਕ ਹੈ ਨਾ ਜੀ, ਇੰਡੀਆ ਨੂੰ ਭੇਜ ਰਿਹਾ ਪੈਸੇ। आई लव यू जवान साहब, अस्सलाम वालेकुम, आई लव यू टू। आपको रोज़ाना सुनना जाता है, आपकी रहनुमाई का बहुत बहुत शुक्रिया। आप जहाद कर रहे हैं, अल्लाह सुब्हान तआला आपको अजर अजीम अता फरमाए, आमीन। अल्लाह करीम आपको सेहत व तंदुरुस्त की और ईमान साले अता फरमाए, आमीन जनाब। हमा तन गोश दुआ गो, हमा तन गोश। हाँ जी। RXDG Babar Iftikhar in 2022 had indirectly said that India near to acquire dangerous technology. Pakistan is afraid that India could use such technology against Pakistan, and if both countries using this technology as weapon, it would prove very detrimental, and we don't know where this word would go. However, Pakistan had already acquired such technology, but Pakistan is a responsible state. Now it seems India has acquired technology similar to HARP, through which magnetic rays created to disturb weather pattern and even shuts down electricity grid stations, cloud burst at high frequency, raising this suspicion that Pakistan and India is at war using magnetic rays technologies at against each other. Some experts say this technology can be used to generate energy at particular area below ground for earthquake, and this artificially generated energy created close to ground surface and causes considerable damages. Even seismic intensity is low. Natural seismic depth always below recorded 100 to 240 kilometers, but artificial generated seismic recorded at 10 to 15 kilometers depth. ਇਹ ਸਾਬ ਅੰਗਰੇਜ਼ੀ 'ਚ ਇਹਨਾਂ ਨੇ ਮੈਸੇਜ ਦਿੱਤਾ ਹੈ ਜੀ ਕਿ ਹਾਰਪ ਦੀ ਜਿਹੜੀ ਟੈਕਨੋਲੋਜੀ ਹੈ 3-4 ਸਾਲ ਤੋਂ ਗੱਲ ਹੋ ਰਹੀ ਹੈ। DG ਜਿਹੜਾ ਕੋਰ ਕਮਾਂਡਰ ਹੈ ਰਾਮਜ਼ਾਦਾ ਇਫਤਖਾਰ ਬਾਬਰ ਹੈ, ਉਹਨੇ ਕਿਹਾ ਸੀ ਸਾਡੇ ਦੋਨੋਂ ਕੋਲ ਆ ਗਈ ਹੈ, ਅਸੀਂ ਬਾਦਲ, ਮਸਨੂਈ ਬਾਰਿਸ਼ ਔਰ ਜ਼ਲਜ਼ਲੇ ਔਰ ਇਹ ਮੈਗਨੈਟਿਕ ਰੇਜ਼ ਦੇ ਥਰੂ ਲੇਜ਼ਰ ਟੈਕਨੋਲੋਜੀ ਤੇ ਸਾਰਾ ਗਨ ਬਤ ਕਰੋ ਯਾਰ ਮਰੋ ਭੈਣ ਚੋਦੋ। ਫੌਜੀਓ ਆਪਣੇ ਟੂਏ 'ਚ ਲੇਜ਼ਰ ਚਲਾ, ਆਪਣੇ ਟੂਏ 'ਚ ਚਲਾਓ ਲੇਜ਼ਰ, ਸਾਡੀ ਸਾਨੂੰ ਬਖਸ਼ ਦਿਓ। ਲੋ ਜੀ, ਇਹ ਸੀ ਖਬਰਾਂ। ਮੈਂ ਹੁਣ ਬੰਦ ਕਰਾਂਗਾ। ਅੱਜ ਮੈਂ ਜ਼ਰਾ ਥੋੜਾ ਜਿਹਾ ਲਾਇਬ੍ਰੇਰੀ ਵੀ ਜਾਣ ਦਾ ਇਰਾਦਾ ਰੱਖਦਾ, ਪਤਾ ਨਹੀਂ ਮੌਕਾ ਮਿਲੇ। ਉਹ ਬੇਟੀ ਕਹਿੰਦੀ ਸੀ ਕਿ ਆਉਣਾ ਜ਼ਰਾ, ਉਹਨੇ ਇੱਕ ਜਗ੍ਹਾ, ਉਹ ਬੱਚੀ ਮੇਰੀ ਨਵਾਸੀ ਹੈ, ਪਹਿਲੀ ਵਾਰੀ ਸਕੂਲ ਗਈ ਹੈ, ਛੋਟੀ, ਉਹ ਪੰਪੀ ਜਿਹੀ ਹੈ 4 ਸਾਲ ਦੀ, ਉਹ ਪ੍ਰੀ KG 'ਚ ਗਈ ਹੈ ਅਤੇ ਖੁਸ਼ ਸੀ ਜਾਂਦੇ ਹੋਏ, ਅਤੇ ਠੂੰ ਠੂੰ ਜਿਹੀ ਫਿਰ ਬਾਤ ਕਰ ਰਹੀ ਸੀ। ਅਤੇ ਮੈਂ ਅੱਜ ਤੋਂ 50 ਸਾਲ ਪਹਿਲੇ ਆਪਣੀ ਭਾਂਜੀ ਨੂੰ ਸਕੂਲ ਛੱਡਣ ਗਿਆ ਸੀ। ਉਹ ਤਾਂ ਬੜਾ ਰੋਂਦੀ ਸੀ, ਪਿੱਛੇ ਨੂੰ ਦੌੜਦੀ ਸੀ। ਮੈਂ ਅੱਗੇ ਨੂੰ ਘਰ ਦੇ ਨਜ਼ਦੀਕ ਕੈਂਟ ਪਬਲਿਕ ਸਕੂਲਸ ਸਰਵਰ ਰੋਡ 'ਤੇ। 50 ਸਾਲ ਬਾਅਦ ਅੱਜ ਮੈਂ ਸੁਬਾਹ ਆਪਣੀ
ਨਵਾਸੀ ਨੂੰ ਛੱਡਣ ਗਿਆ। ਵਕਤ ਗੁਜ਼ਰ ਜਾਂਦਾ, ਜਨਰੇਸ਼ਨਸ ਗੁਜ਼ਰ ਜਾਂਦੀਆਂ। ਇਹ ਇਹਨਾਂ ਹਰਾਮਜ਼ਾਦਿਆਂ ਨੂੰ ਤੁੰਨੋ, ਇਹਨਾਂ ਭੈਣ ਚੋਦਾਂ ਨੂੰ, ਔਰ ਆਪਣਾ ਬਹੁਤ ਖਿਆਲ ਰੱਖੋ। ਕੱਲ ਤੱਕ ਅੱਲਾ ਨੇ